ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनक विधि समझावो। हम ज्ञान अलप मत थोड़ी तुम आपन बिरद रखाओ। तुमरी शरण तुम्हारी आसा तुम ही सजन सुहेले। राखो राखण हार दयाला नानक कर के गोले। जी राखो राखण हार दयाला नानक कर के गोले। वाहिगुरु जी का खालसा वाहिगुरु जी की फतेह। धन धन श्री गुरु ग्रंथ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਆਪ ਜੀ ਤੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਹਨ। ਰੋਜ਼ਾਨਾ ਹੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਤੋ ਮਹਾਰਾਜ ਨੇ ਕਿਰਪਾ ਰਹਿਮਤ ਆਪ ਜੀ ਤੇ ਕੀਤੀ ਹੈ। ਜੋ ਆਓ ਕੁਝ ਸਮਾਂ ਸਤਿਗੁਰੂ ਨੇ ਬਖਸ਼ਿਸ਼ ਕਰਕੇ ਸਵਾਸ ਬਖਸ਼ੇ ਹਨ। ਉਹਨਾਂ ਸਮੇਂ ਦੇ ਅੰਦਰ ਦਾਇਰੇ ਵਿੱਚ ਰਹਿ ਕੇ ਸਤਿਗੁਰੂ ਦੀ ਚੱਲ ਰਹੀ ਅੰਮ੍ਰਿਤਮਈ ਬਾਣੀ ਮੁੱਢਲੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਸਤਿਗੁਰੂ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਰਹੇ ਹਨ। 13 ਪੌੜੀਆਂ ਦੀ ਵਿਚਾਰ ਸਤਿਗੁਰੂ ਨੇ ਬਖਸ਼ਿਸ਼ ਕਰਕੇ ਸੇਵਾ ਲਈ ਹੈ। ਅੱਜ 14ਵੀਂ ਪੌੜੀ ਦੀ ਵਿਚਾਰ ਅਸੀਂ ਸਾਂਝ ਕਰਨੀ ਹੈ। ਸਾਰੇ ਮਾਈ ਭਾਈ ਇਸੇ ਤਰ੍ਹਾਂ ਇਕਾਗਰਤਾ ਵਿੱਚ ਬੈਠ ਕੇ ਸਤਿਗੁਰੂ ਦੀ ਬਾਣੀ ਦੇ ਨਾਲ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਮਨ ਨੂੰ ਸਤਿਗੁਰੂ ਦੀ ਸ਼ਰਨ ਵਿੱਚ ਹੀ ਰੱਖੀਏ। ਮਨ ਦੀ ਗੈਰ ਹਾਜ਼ਰੀ ਨਹੀਂ ਚਾਹੀਦੀ, ਮਨ ਦੀ ਹਾਜ਼ਰੀ ਚਾਹੀਦੀ ਹੈ। ਤਾਂ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਮਾਈ ਭਾਈ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਸ ਪੌੜੀ ਦੇ ਅੰਦਰ ਸਾਨੂੰ ਕੀ ਸੇਧ ਦੇਣਾ ਚਾਹੁੰਦੇ ਹਨ। ਸਤਿਗੁਰੂ ਕਹਿੰਦੇ ਹਨ ਮੰਨੈ ਮਾਰਗ ਠਾਕ ਨਾ ਪਾਏ। ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਇਹ ਮੰਨੇ ਦੀਆਂ 4 ਪੌੜੀਆਂ ਨੇ। ਪਹਿਲੀ ਪੌੜੀ ਜਿਹੜੀ ਮੰਨੇ ਆਈ ਹੈ ਉਹਦੇ ਵਿੱਚ ਇੱਕ ਲਾਂ ਹੈ। ਬਾਕੀ 3 ਪੌੜੀਆਂ ਦੇ ਵਿੱਚ ਮੰਨੇ ਨੰਨੇ ਦੇ ਉੱਤੇ ਦੁਲਾਵਾਂ ਨੇ। ਤੇ ਇਸ ਗੱਲ ਨੂੰ ਪੜ੍ਹਨ ਵਿੱਚ ਅਸੀਂ ਧਿਆਨ ਦੇਣਾ ਹੈ।
ਪੜ੍ਹਨ ਦੇ ਨਾਲ ਹੀ ਸਾਡੇ ਅਰਥਾਂ ਦਾ ਬੋਧ ਹੋਏਗਾ, ਉਚਾਰਨ ਸ਼ੁੱਧ ਹੋਏਗਾ, ਬਾਣੀ ਸ਼ੁੱਧ ਹੋਏਗੀ, ਸ਼ੁੱਧ ਉਚਾਰਨ ਹੋਏਗਾ ਤੇ ਉਸ ਦੇ ਅਰਥਾਂ ਵੱਲ ਸਾਨੂੰ ਸਮਝਣ ਵਿੱਚ ਔਖਿਆਈ ਨਹੀਂ ਹੋਏਗੀ। ਪਹਿਲੇ ਮੰਨੇ ਤੇ ਜਿਹੜਾ ਆਇਆ ਹੈ ਇੱਕ ਹੈ, ਉਹ ਮੰਨੇਵੇਂ ਇਹ ਮੰਨੈ ਹੈ। ਤੋ ਉਹਦਾ ਭਾਵ ਹੈ ਕਿ ਜਿਸ ਨੇ ਮੰਨ ਲਿਆ ਸੀ ਪਰਮਾਤਮਾ ਦੀ ਗੱਲ, ਤੇ ਮਹਾਰਾਜ ਉੱਥੇ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਉਸ ਬੰਦੇ ਦੀ ਅਵਸਥਾ ਨੂੰ ਫਿਰ ਦੱਸਿਆ ਨਹੀਂ ਜਾ ਸਕਦਾ ਜਿਹੜਾ ਪ੍ਰਭੂ ਪਰਮਾਤਮਾ ਦੀ ਗੁਰੂ ਦੀ ਗੱਲ ਸੁਣ ਕੇ, ਧਿਆਨ ਨਾਲ ਸੁਣ ਕੇ ਉਸ ਨੂੰ ਬਣਦਾ ਹੈ। ਸੁਣਨਾ ਅੱਛੀ ਗੱਲ ਹੈ, ਪਰ ਸੁਣ ਕੇ ਮੰਨ ਲੈਣਾ ਇਹ ਬੜੀ ਵੱਡੀ ਗੱਲ ਹੈ। ਤੋ ਗੁਰੂ ਪਾਤਸ਼ਾਹ ਨੇ ਪਹਿਲੀ ਪੌੜੀ ਮੰਨੇ ਦੇ ਵਿੱਚ ਹੈ ਕਿ ਜਿਨ੍ਹਾਂ ਨੇ ਮੰਨ ਲਿਆ ਹੈ। ਹੁਣ ਅੱਗੋਂ ਜਿਹੜੀ ਪੌੜੀ ਆਈ ਸੀ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਇਹਨਾਂ ਤਿੰਨਾਂ ਪੌੜੀਆਂ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਜਿਸ ਵੀ ਜੀਵ ਨੇ ਉਸ ਗੁਰੂ ਦੀ ਪਰਮਾਤਮਾ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਜੇ ਕੋਈ ਮੰਨ ਲਵੇ, ਜੇ ਮੰਨ ਲਵੇ ਕੋਈ, ਜੇ ਮੰਨੇਗਾ ਤੇ ਕੀ ਹੋਏਗਾ, ਉਹ ਬਖਸ਼ਿਸ਼ ਗੁਰੂ ਸਾਹਿਬ ਅੱਜ ਇਸ ਪੌੜੀ ਵਿੱਚ ਦੱਸ ਰਹੇ ਹਨ। ਪਾਤਸ਼ਾਹ ਕਹਿੰਦੇ ਨੇ ਮੰਨੈ ਮਾਰਗ ਠਾਕ ਨਾ ਪਾਏ। ਮਾਰਗ ਹੁੰਦਾ ਰਸਤਾ, ਜੇ ਕੋਈ ਮੰਨ ਲਵੇ, ਰਸਤਾ ਠਾਕ ਨਾ ਪਾਏ। ਠਾਕ ਤੋਂ ਭਾਵ ਹੁੰਦਾ ਹੈ ਰੁਕਾਵਟ। ਜਿਹੜਾ ਪ੍ਰਭੂ ਪਰਮਾਤਮਾ ਦੀ ਗੱਲ ਨੂੰ ਮੰਨ ਲੈਂਦਾ ਹੈ, ਜੇ ਮੰਨ ਲਵੇ, ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਰਸਤਾ ਉਹੀ ਹੈ ਸਾਡਾ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੇ ਟੁੱਟੇ ਪਾਲ। ਗੁਰੂ ਸਾਹਿਬ ਸਾਨੂੰ ਉਸ ਸਚਿਆਰ ਬਣਾਉਣ ਦੀ, ਰਹਾਉ ਦੀ ਜਿਹੜੀ ਜਪਜੀ ਸਾਹਿਬ ਦੀ ਪੰਕਤੀ ਹੈ, ਉਹ ਇਹੀ ਹੈ ਕਿ ਕਿਵ ਸਚਿਆਰਾ ਹੋਈ। ਅਸੀਂ ਸਾਰੀ ਵਿਚਾਰ ਸੁਣ ਕੇ ਕਰਕੇ ਆਏ ਹਾਂ ਕਿ ਪਰਮਾਤਮਾ ਦੇ ਅੱਗੇ ਅਸੀਂ ਸਚਿਆਰ ਕਿਵੇਂ ਬਣਨਾ ਹੈ, ਕਿਵੇਂ ਪਰਮਾਤਮਾ ਔਰ ਸਾਡੇ ਦੇ ਵਿੱਚ ਜਿਹੜੀ ਦੀਵਾਰ ਹੈ ਕੂੜ ਦੀ, ਝੂਠ ਦੀ, ਵਿਸ਼ੇ ਵਿਕਾਰਾਂ ਦੀ, ਉਹ ਕਿਸ ਤਰ੍ਹਾਂ ਟੁੱਟੇਗੀ। ਤਾਂ ਉਹ ਰਸਤਾ ਹੈ। ਗੁਰੂ ਸਾਹਿਬ ਕਹਿੰਦੇ ਜੇ ਕੋਈ ਮੰਨ ਲਵੇ ਇਸ ਪਰਮਾਤਮਾ ਦੀ ਗੱਲ ਨੂੰ, ਜੇ ਕੋਈ ਮੰਨ ਲੈਂਦਾ ਹੈ, ਉਹਦੇ ਸਚਿਆਰ ਬਣਨ ਦੇ ਰਸਤੇ ਵਿੱਚ, ਮਾਰਗ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਇਹ ਨੇ ਅਖਰੀ ਅਰਥ। ਜੋ ਸਿੱਧਾ ਸਿੱਧਾ ਮਹਾਰਾਜ ਕਹਿ ਰਹੇ ਨੇ ਭਾਈ, ਉਸ ਪਰਮਾਤਮਾ ਦੇ ਘਰ ਪਹੁੰਚਣ ਵਾਸਤੇ ਜੇ ਕੋਈ ਪਰਮਾਤਮਾ ਦੀ ਗੱਲ ਮੰਨ ਲੈਂਦਾ ਹੈ, ਉਸ ਦਾ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਦੇਖੋ ਸਾਡੀ ਮੰਜ਼ਿਲ ਹੈ ਸਚਿਆਰ। ਅਸੀਂ ਸੱਚੇ ਹੋ ਕੇ ਸਚਿਆਰ ਦੇ ਨਾਲ ਮਿਲਣਾ ਹੈ, ਤੇ ਉਹਦੇ ਵਾਸਤੇ ਰੁਕਾਵਟਾਂ ਆਉਂਦੀਆਂ ਨੇ। ਉਹ ਵਿਸ਼ੇ ਵਿਕਾਰਾਂ ਦੀਆਂ ਰੁਕਾਵਟਾਂ ਨੇ ਸਾਰੀਆਂ। ਉਹਦੇ ਵਿੱਚ ਹਰ ਕੋਈ ਗਰਸਿਆ ਹੋਇਆ ਹੈ, ਮਾਇਆ ਦੀ ਚਪੇਟ ਵਿੱਚ ਹੈ। ਉਹ ਰਸਤਾ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ। ਦੇਖੋ ਰੁਕਾਵਟਾਂ ਅਸੀਂ ਆਪ ਪੈਦਾ ਕੀਤੀਆਂ ਹੋਈਆਂ ਨੇ, ਕਿਸੇ ਨੇ ਸਾਨੂੰ ਰੁਕਾਵਟਾਂ ਨਹੀਂ ਦਿੱਤੀਆਂ। ਅਸੀਂ ਜਿਤਨੇ ਪਜ਼ਲ ਹੋਏ ਪਏ ਹਾਂ, ਆਪਣੀਆਂ ਹੀ ਕਰਮਾਂ ਕਰਕੇ ਪਜ਼ਲ ਹਾਂ। ਤੋ ਮਹਾਰਾਜ ਕਹਿ ਰਹੇ ਨੇ ਕਿ ਮਾਰਗ ਹੈ, ਇਸ ਮਾਰਗ ਤੇ ਦੇਖੋ ਅਸੀਂ ਕੋਈ ਮੰਜ਼ਿਲ ਮਿੱਥਾਂਗੇ ਤੇ ਪਹੁੰਚਾਂਗੇ ਨਾ। ਹੁਣ ਇੱਕ ਬੰਦਾ ਘਰੋਂ ਸੈਰ ਕਰਦਾ ਹੈ ਸਵੇਰੇ ਉੱਠ ਕੇ, 5 ਕਿਲੋਮੀਟਰ, ਕੋਈ 7, ਕੋਈ 10 ਕਿਲੋਮੀਟਰ, ਕੋਈ 15 ਕਰਦਾ ਹੈ, ਰੋਜ਼ ਕਰਦਾ ਹੈ। ਉਹਦੇ ਕੋਲੋਂ ਰਸਤੇ 'ਚ ਕੋਈ ਪੁੱਛੇ ਭਾਈ ਤੂੰ ਕੀ ਕਰ ਰਿਹਾ ਸਵੇਰੇ ਉੱਠ ਕੇ, ਉਹ ਇਹ ਨਹੀਂ ਕਹੇਗਾ ਕਿ ਮੈਂ ਫਲਾਣੀ ਜਗ੍ਹਾ ਤੇ ਜਾ ਰਿਹਾ, ਕਿਉਂਕਿ ਨਾ ਉਹਦੀ ਨਾ ਮੰਜ਼ਿਲ ਨਹੀਂ ਹੈ। ਕੋਈ ਸੈਰ ਜ਼ਰੂਰ ਕਰ ਰਿਹਾ, ਉਹਦੀ ਮੰਜ਼ਿਲ ਨਹੀਂ ਹੈ। ਉਹ ਤੁਹਾਨੂੰ ਇਹੀ ਕਹੇਗਾ ਕਿ ਪੁੱਛੋਗੇ ਕੀ ਕਰ ਰਿਹਾ, ਕਿ ਮੈਂ ਵਾਕ ਕਰ ਰਿਹਾ, ਸੈਰ ਕਰ ਰਿਹਾ। ਜੇ ਤੁਸੀਂ ਤਿਆਰ ਹੋ ਕੇ ਜੌਬ ਤੇ ਜਾ ਰਹੇ ਹੋ, ਆਪਣੇ ਕੰਮ ਵਾਸਤੇ ਜਾ ਰਹੇ ਹੋ, ਕੋਈ ਫੈਕਟਰੀ ਜਾ ਰਿਹਾ ਹੈ, ਕੋਈ ਸਕੂਲ ਜਾ ਰਿਹਾ ਹੈ, ਕੋਈ ਕਿੱਥੇ ਜਾ ਰਿਹਾ ਹੈ, ਕੋਈ ਪੁੱਛੇਗਾ ਤੁਸੀਂ ਕਹੋਗੇ ਜੀ ਫਲਾਣੀ ਜਗ੍ਹਾ ਤੇ ਜਾ ਰਹੇ ਹਾਂ। ਕਿਉਂ? ਕਿਉਂਕਿ ਤੁਹਾਡਾ ਟਾਰਗੇਟ ਹੈ। ਅਸੀਂ ਜ਼ਿੰਦਗੀ ਦੇ ਅੰਦਰ ਇੱਕ ਟਾਰਗੇਟ ਸਾਨੂੰ ਵੀ ਗੁਰੂ ਨੇ ਦਿੱਤਾ ਹੈ, ਉਹ ਵੇ ਸਚਿਆਰ ਬਣਨ ਦਾ, ਜਿਹੜਾ ਰਸਤਾ ਗੁਰੂ ਸਾਹਿਬ ਕਹਿ ਰਹੇ ਨੇ। ਕਹਿੰਦੇ ਜੇ ਤੁਸੀਂ ਗੁਰੂ ਦੀ ਗੱਲ, ਪਰਮਾਤਮਾ ਦੀ ਗੱਲ ਮੰਨ ਲਓਗੇ,
ਤੁਹਾਡੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਗੁਰੂ ਸਾਹਿਬ ਨੇ ਬੜੀ ਜਗ੍ਹਾ ਤੇ ਲਿਖਿਆ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਮਾਰਗ ਐਸਾ ਹੈ, ਜਦੋਂ ਤੁਸੀਂ ਇਸ ਮਾਰਗ ਵੱਲ ਚੱਲੋਗੇ ਤੁਹਾਨੂੰ ਸੰਸਾਰ ਵਿੱਚ ਵਡਿਆਈ ਮਿਲੇਗੀ, ਮਾਣ ਮਿਲੇਗਾ, ਪਿਆਰ ਮਿਲੇਗਾ। ਗੁਰੂ ਸਾਹਿਬ ਦਾ ਕੰਮ ਹੀ ਇਹੀ ਹੈ, ਆਪਣੇ ਸਿੱਖ ਨੂੰ ਸੱਚਿਆਰ ਬਣਾਉਣਾ। ਭੂਲੇ ਮਾਰਗ ਜਿਨਹਿ ਬਤਾਇਆ, ਭੁੱਲੇ ਪਏ ਹੋਆਂ ਨੂੰ ਮਾਰਗ ਦੱਸਣ ਵਾਲਾ। ਦੇਖੋ ਇਹ ਮਾਰਗ ਹੀ ਹੈ ਨਾ। ਕੌਣ ਹੈ? ਐਸਾ ਗੁਰ ਵੱਡ ਭਾਗੀ ਪਾਇਆ। ਇਹ ਐਸੇ ਗੁਰੂ ਨੇ ਵੱਡੇ ਭਾਗਾਂ ਨਾਲ ਸਾਨੂੰ ਇਹ ਭੁੱਲੇ ਨੂੰ ਮਾਰਗ ਪਾਉਣ ਵਾਸਤੇ। ਸਿਮਰ ਮਨਾ ਰਾਮ ਨਾਮ ਚਿਤਾਰੇ। ਫਿਰ ਮਨ ਦੀ ਗੱਲ ਕਰ ਰਹੇ ਨੇ। ਦੇਖੋ ਗੁਰਬਾਣੀ ਮਨ ਨੂੰ ਸੰਬੋਧਿਤ ਕਰਦੀ ਹੈ। ਮਨ ਕਾਬੂ ਚ ਆ ਜਾਏ ਤੇ ਗੱਲ ਬਣ ਜਾਂਦੀ ਹੈ। ਮੈਂ ਅਕਸਰ ਸੋਚਣਾ, ਭਾਈ ਗੁਰਦਾਸ ਜੀ ਨੇ ਪੰਕਤੀ ਲਿਖਦੇ ਨੇ, ਆਪਦੇ ਜ਼ਿਹਨ ਵਿੱਚ ਹੋਏਗੀ, ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਥਾਏ ਪਹਿਲੇ ਗੁਰਦਾਸ ਭਾਈ ਸਾਹਿਬ ਗੁਰਦਾਸ ਜੀ ਨੇ ਕੀ ਲਿਖਿਆ ਹੈ? ਦੇਖੋ ਇਹੀ ਲਿਖਿਆ ਨਾ ਕਿ ਜਾਹਰ ਪੀਰ ਜਗਤ ਗੁਰ ਬਾਬਾ। ਜਗਤ ਦਾ ਹੀ ਬਾਬਾ ਕਿਉਂ ਕਿਹਾ? ਉਹ ਇਹ ਵੀ ਕਹਿ ਸਕਦੇ ਸਨ ਸਿੱਖਾਂ ਦਾ ਬਾਬਾ ਹੈ ਜਾਂ ਫਲਾਣੇ ਦਾ। ਕਦੀ ਸੋਚਿਆ ਸੀ? ਹੋਰ ਧਰਮਾਂ ਵਿੱਚ ਤੇ ਕਿਸੇ ਨੇ ਨਹੀਂ ਕਿਹਾ, ਮੁਹੰਮਦ ਸਾਹਿਬ ਬਾਰੇ ਵੀ ਨਹੀਂ ਕਿਹਾ, ਜੀਸਸ ਕ੍ਰਾਈਸਟ ਕਿਸੇ ਵਾਸਤੇ ਵੀ ਨਹੀਂ ਆਇਆ, ਕ੍ਰਿਸ਼ਨ ਵਾਸਤੇ ਵੀ ਨਹੀਂ ਆਇਆ, ਰਾਮ ਲਕਸ਼ਮਣ ਕੋਈ ਵੀ ਦੇਵਤੇ ਜਿੰਨੇ ਵੀ ਅਵਤਾਰੀ ਪੁਰਸ਼ ਹੋਏ ਨੇ। ਪਰ ਗੁਰੂ ਨਾਨਕ ਪਾਤਸ਼ਾਹ ਵਾਸਤੇ ਕਿਉਂ ਆਇਆ? ਜਾਹਰ ਪੀਰ ਜਗਤ ਗੁਰ ਬਾਬਾ। ਪੰਕਤੀ ਸਾਹਮਣੇ ਆਈ ਤੇ ਮੈਂ ਤਾਂ ਜ਼ਿਕਰ ਕਰ ਰਿਹਾ, ਹਟ ਕੇ ਇਸ ਸਬਜੈਕਟ ਤੋਂ। ਸਿਮਰ ਮਨਾ ਰਾਮ ਨਾਮ ਚਿਤਾਰੇ। ਦੇਖੋ ਸਾਰੀ ਬਾਣੀ ਨਾ ਮਨ ਨੂੰ ਸੰਬੋਧਿਤ ਕਰ ਰਹੀ ਹੈ। ਤੇ ਦੁਨੀਆ ਦੇ ਅੰਦਰ ਜਿਤਨੇ ਜੀਵ ਨੇ ਉਹਨਾਂ ਕੋਲ ਮਨ ਹੈ। ਧਿਆਨ ਨਾਲ ਸੁਣਨਾ, ਜਿਤਨੇ ਵੀ ਜੀਵ ਨੇ ਨਾ ਸਭ ਕੋਲ ਮਨ ਹੈਗਾ ਜੇ। ਇਹ ਨਹੀਂ ਕਿ ਮੇਰੇ ਕੋਲ ਹੈ ਤੇ ਤੁਹਾਡੇ ਕੋਲ ਨਹੀਂ ਹੈ, ਸਭ ਕੋਲ ਮਨ ਹੈ। ਜਿਹੜਾ ਵੀ ਕੋਈ ਗੁਰੂ ਨਾਨਕ ਦੀ ਬਾਣੀ ਸੁਣਦਾ ਹੈ ਉਹਦੇ ਮਨ ਨੂੰ ਸੱਟ ਵੱਜਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਭ ਦੇ ਮਨਾਂ ਵਾਸਤੇ ਗੱਲ ਕੀਤੀ ਹੈ। ਕੋਈ ਵੀ ਗੱਲ ਆਪਣੇ ਪਰਿਵਾਰ, ਆਪਣੇ ਪੰਥ, ਆਪਣੇ ਫਿਰਕੇ ਵਾਸਤੇ ਨਹੀਂ ਕੀਤੀ। ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ। ਗੁਰੂ ਨਾਨਕ ਪਾਤਸ਼ਾਹ ਨੇ ਸਾਂਝਾ ਉਪਦੇਸ਼ ਦਿੱਤਾ ਹੈ। ਤੇ ਜਿਹਦੇ ਕੋਲ ਮਨ ਹੈ, ਮਨ ਸਾਰਿਆਂ ਕੋਲ ਹੈ। ਮਨ ਕੀ ਹੈ? ਕੋਈ ਪੁੱਛੇ ਤੁਹਾਡੇ ਕੋਲ ਮਨ ਕੀ ਹੈ? ਸਰੀਰ ਤੇ ਬਾਡੀ ਸਮਝ ਆ ਰਹੀ ਹੈ, ਹੱਥ ਨੇ, ਪੈਰ ਨੇ, ਇਹਨਾਂ ਤੋਂ ਇਹ ਇੰਦਰੀਆਂ ਨੇ। ਮਨ ਦਾ ਕੋਈ ਰੂਪ ਨਹੀਂ ਹੈ, ਮਨ ਦੀ ਸ਼ਕਲ ਵੀ ਨਹੀਂ ਹੈ, ਕੋਈ ਮਨ ਦੀ ਕੋਈ ਬਣਾਵਟ ਵੀ ਨਹੀਂ ਬਈ ਇੰਨਾ ਵੱਡਾ ਹੈ ਮਨ ਇੱਥੇ ਵੇ। ਮਨ ਦੀ ਹਾਲਤ ਨੂੰ ਕੋਈ ਸਕੈਨ ਵਿੱਚ ਨਹੀਂ ਆ ਸਕਦੀ। ਦੱਸੋ ਆ ਜਾਏਗੀ? ਮੈਂ ਕ੍ਰੋਧ ਕਰਨਾ ਤੇ ਮੈਨੂੰ ਕੋਈ ਐਸਾ ਕੋਈ ਸਕੈਨ ਹੈ ਜਿਹਦੇ ਵਿੱਚ ਆ ਜਾਏਗਾ ਕਿ ਕਿੰਨੇ ਡਿਗਰੀ ਕ੍ਰੋਧ ਕਰਦਾ ਹੈ? ਜੇ ਮੇਰੇ ਅੰਦਰ ਲੋਭੀ ਬਿਰਤੀ ਹੈ, ਕੋਈ ਮਨ ਵਿੱਚ ਨਹੀਂ ਆਏਗੀ, ਕਦੀ ਨਹੀਂ ਆਏਗੀ। ਮਨ ਕੀ ਹੈ? ਕੋਈ ਪੁੱਛੇ ਤੁਹਾਡੇ ਕੋਲ, ਮਨ ਹੈ ਵਿਚਾਰਾਂ ਦਾ ਸੰਗ੍ਰਹਿ। ਛੋਟੇ ਲਫ਼ਜ਼ਾਂ 'ਚ ਕਹਿ ਲਓ, ਜਿੰਨੇ ਵੀ ਅਸੀਂ ਵਿਚਾਰ ਸਾਡੇ ਮਨਾਂ ਵਿੱਚ ਆਉਂਦੇ ਨੇ ਨਾ, ਉਹ ਇਕੱਠੇ ਹੋ ਕੇ ਇੱਕ ਮਨ ਬਣ ਜਾਂਦਾ ਹੈ। ਕੋਈ ਗੱਲ ਸਾਡੇ ਪਹਿਲਾਂ ਮਤ ਵਿੱਚ ਆਉਂਦੀ ਹੈ, ਫਿਰ ਉਹ ਮਨ ਵਿੱਚ ਆਉਂਦੀ ਹੈ, ਫਿਰ ਉਹ ਸਾਡੇ ਇੰਦਰੀਆਂ ਨੂੰ ਉਹ ਕਰਮ ਕਰਵਾਉਂਦੀ ਹੈ। ਕਈ ਵਾਰੀ ਕਹਿੰਦੇ ਨਾ ਬੰਦਾ ਮੈਂ ਕਰਨਾ ਨਹੀਂ ਸੀ ਪਰ ਕੀ ਮਨ ਵਿੱਚ ਆਇਆ ਮੈਂ ਕਰ ਦਿੱਤਾ। ਮਨ ਇੱਕ ਡਰਾਈਵਰ ਹੈ, ਉਹ ਜਿਵੇਂ ਚਲਾਉਂਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਇਹ ਮਨ ਮੇਰਿਆ
ਤੂੰ ਸਦਾ ਰੋ ਹਰ ਨਾਲੇ। ਤੋ ਗੁਰੂ ਸਾਹਿਬ ਨੂੰ ਜਾਹਰ ਪੀਰ ਕਿਉਂ ਕਿਹਾ ਹੈ, ਜਗਤ ਗੁਰ ਬਾਬਾ? ਕਿਉਂਕਿ ਉਹ ਜਿਹੜਾ ਵੀ ਕੋਈ ਮਹਾਰਾਜ ਨੂੰ ਕਿਸੇ ਵੀ ਪਰਸੀਅਨ ਨੇ, ਕੋਈ ਇਸਲਾਮ ਧਰਮ ਦੇ ਨਾਲ ਸੰਬੰਧਿਤ ਹੈ, ਕੋਈ ਬੋਧੀ ਹੈ, ਕੋਈ ਜੈਨੀ ਹੈ, ਜਦ ਵੀ ਉਹ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ ਕਿਸੇ ਕੋਲੋਂ, ਤੇ ਉਹ ਸਮਝਦਾ ਮੇਰੇ ਵਾਸਤੇ ਕਹਿ ਰਹੇ ਨੇ, ਕਿਉਂਕਿ ਉਹਦੇ ਅੰਦਰ ਵੀ ਮਨ ਹੈ। ਮਹਾਰਾਜ ਨੇ ਕੋਈ ਆਪਣੇ ਸ਼੍ਰੀ ਚੰਦ ਜਾਂ ਆਪਣੇ ਦੂਜੇ ਲక్ష్ਮੀ ਦਾਸ ਵਾਸਤੇ ਗੱਲ ਨਹੀਂ ਕੀਤੀ। ਉਹਨਾਂ ਨੇ ਸਾਰੇ ਬੱਚੇ ਸੰਸਾਰ ਦੇ ਹਰ ਇੱਕ ਜੀਵ ਵਾਸਤੇ ਗੱਲ ਕੀਤੀ ਹੈ। ਤੋ ਮਹਾਰਾਜ ਇੱਥੇ ਕਹਿ ਰਹੇ ਨੇ, ਭਾਈ ਜੇ ਤੁਸੀਂ ਪਰਮਾਤਮਾ ਦਾ ਨਾਮ ਮੰਨ ਲਓਗੇ, ਤੁਹਾਡੇ ਸਚਿਆਰ ਬਣਨ ਦਾ ਜਿਹੜਾ ਰਸਤਾ ਹੈ, ਅਸੀਂ ਸਚਿਆਰ ਹੀ ਬਣਨਾ ਨਾ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਕਿਉਂ? ਕਿਉਂਕਿ ਮੈਂ ਪਹਿਲਾਂ ਕਿਹਾ, ਕੁਝ ਅਸੀਂ ਰੁਕਾਵਟਾਂ ਕਿਉਂ ਆਉਂਦੀਆਂ ਨੇ, ਰੁਕਾਵਟਾਂ ਦੇ ਕਾਰਨ ਕੀ ਨੇ? ਰੁਕਾਵਟਾਂ ਅਸੀਂ ਆਪ ਪੈਦਾ ਕੀਤੀਆਂ ਨੇ। ਜੇ ਮੇਰਾ ਖਰਚਾ ਘਰ ਦਾ 20,000 ਹੈ ਤੇ ਮੈਂ 40 ਕਰਾਂਗਾ ਤੇ ਰੁਕਾਵਟ ਆਏਗੀ। ਉਹ ਕਹਿੰਦੇ ਨੇ ਦਾੜੀ ਨਾਲੋਂ ਮੁੱਛਾਂ ਲੰਮੀਆਂ, ਕਹੀਦਾ ਨਾ। ਕਈ ਅਸੀਂ ਜ਼ਰੂਰਤਾਂ ਨੂੰ ਵਧਾਇਆ ਹੋਇਆ, ਉਹ ਵੀ ਸਾਡੀ ਰੁਕਾਵਟ ਹੈ। ਜਿਤਨੇ ਕਿਸੇ ਕੋਲ ਬੇਈਮਾਨੀ, ਲੁੱਟ ਕਸੁੱਟ ਕਰਨੇ ਹਾਂ, ਧੋਖਾ ਕਰਨੇ ਹਾਂ, ਉਹ ਵੀ ਇੱਕ ਰੁਕਾਵਟ ਹੈ ਪਰਮਾਤਮਾ ਦੇ ਘਰ ਪਹੁੰਚਣ ਦੀ। ਮੰਨੇ ਨਹੀਂ ਪੜਨਾ, ਮੰਨੈ ਮਾਰਗ ਠਾਕ ਨਾ ਪਾਏ। ਉਸ ਪਰਮਾਤਮਾ ਦੇ ਘਰ ਜੇ ਕੋਈ ਜਾਣ ਵਾਸਤੇ ਉਸ ਮਾਰਗ ਤੇ ਚੱਲਦਾ ਹੈ, ਉਸ ਨੂੰ ਕੋਈ ਰੁਕਾਵਟ ਨਹੀਂ ਆਏਗੀ। ਫਿਰ ਮਹਾਰਾਜ ਕਹਿੰਦੇ ਨੇ, ਮੰਨੈ ਪਤ ਸਿਉ ਪ੍ਰਗਟ ਜਾਏ। ਪਤ ਕੀ ਹੁੰਦੀ ਹੈ? ਇੱਜ਼ਤ। ਉਹ ਫਿਰ ਇੱਜ਼ਤ ਨਾਲ ਪ੍ਰਗਟ ਹੁੰਦਾ ਹੈ ਬੰਦਾ। ਦੇਖੋ, ਸਾਰੇ ਬੰਦੇ ਇੱਜ਼ਤ ਨਾਲ ਪ੍ਰਗਟ ਨਹੀਂ ਹੁੰਦੇ। ਸੰਸਾਰ ਦੇ ਵਿੱਚ ਹਰ ਬੰਦਾ ਦੇਖੋ ਪ੍ਰਗਟ ਤੇ ਹੁੰਦੇ ਨੇ। ਹੁਣ ਇੱਕ ਡਾਕਟਰ ਹੈ, ਉਹ ਗੁਰਦੇ ਕੱਢਦਾ, ਕਿਡਨੀਆਂ ਕੱਢਦਾ, ਉਹ ਪ੍ਰਗਟ ਹੋਇਆ ਵੇ, ਪਰ ਉਹ ਪੱਤ ਦੇ ਨਾਲ ਨਹੀਂ ਹੋਇਆ। ਇੱਕ ਜੱਜ ਹੈ, ਉਹ ਗਲਤ ਫੈਸਲਾ ਸੁਣਾਉਂਦਾ ਹੈ, ਪ੍ਰਗਟ ਜ਼ਰੂਰ ਹੋਇਆ ਉਹ ਵੀ ਜੱਜ, ਪਰ ਉਹ ਇੱਜ਼ਤ ਨਾਲ ਪ੍ਰਗਟ ਨਹੀਂ ਹੋਇਆ। ਕੋਈ ਰਿਸ਼ਵਤ ਲੈ ਕੇ ਰਾਤੋਂ ਰਾਤ ਅਮੀਰ ਬਣ ਜਾਏ ਤੇ ਉਹ ਇੱਜ਼ਤ ਨਾਲ ਪ੍ਰਗਟ ਨਹੀਂ, ਪ੍ਰਗਟ ਹੋਇਆ। ਹੁਣ ਇੱਕ ਬੰਦਾ ਹੈ ਫੈਕਟਰੀ ਵਿੱਚ ਕੰਮ, ਉਹਦੀ ਮਾਲਕ ਹੈ ਫੈਕਟਰੀ ਦਾ, ਕਰੋੜ ਰੁਪਏ ਦੀ ਗੱਡੀ ਵੀ ਰੱਖੀ ਹੈ ਉਸਨੇ, ਤੇ ਉਸੇ ਕੰਪਨੀ ਵਿੱਚ ਉਦਾਹਰਨ ਦੇ ਤੌਰ ਤੇ ਕੋਈ ਮੋਟਰਸਾਈਕਲ ਤੇ ਆਉਂਦਾ ਹੈ, ਸਕੂਟੀ ਤੇ ਆਉਂਦਾ ਹੈ, ਪਰ ਉਹ ਬੇਈਮਾਨ ਹੈ ਮਾਲਕ। ਪ੍ਰਗਟ ਉਹ ਵੀ ਹੋ ਰਿਹਾ ਹੈ, ਪਰ ਉਹਨੂੰ ਹਰ ਕੋਈ ਕਹਿੰਦਾ ਬਈ 1 ਕਰੋੜ ਦੀ ਗੱਡੀ ਹੈ, ਪਰ ਹੈ ਬੜਾ ਬੇਈਮਾਨ ਬੰਦਾ ਹੈ। ਪ੍ਰਗਟ ਹੋ ਰਿਹਾ ਹੈ, ਪਰ ਇੱਜ਼ਤ ਨਾਲ ਨਹੀਂ ਹੋ ਰਿਹਾ। ਇੱਕ ਸਕੂਟੀ ਤੇ ਆ ਕੇ ਲੋਕੀ ਕਹਿੰਦੇ ਵਾਹ ਬਈ ਇਹ ਬੰਦਾ ਬੜਾ ਇਮਾਨਦਾਰ ਹੈ, ਪ੍ਰਗਟ ਉਹ ਵੀ ਹੋ ਰਿਹਾ ਹੈ। ਮਹਾਰਾਜ ਕਹਿੰਦੇ ਨੇ, 3 ਮੱਤ 3 ਪੱਤ 3 ਧਨ ਪੱਲੇ, ਜਿਨ ਹਿਰਦੈ ਰਿਹਾ ਸਮਾਏ। ਕਹਿੰਦੇ ਨੇ ਇੱਜ਼ਤ ਉਹਦੀ ਵਧੀਆ ਹੈ, ਮੱਤ ਉਹਦੀ ਵਧੀਆ ਹੈ, ਧਨ ਉਹਦੇ ਕੋਲ ਵਧੀਆ। ਦੇਖੋ ਜ਼ਿਆਦਾ ਧਨ ਜਿਹੜੇ ਗਲਤ ਕੰਮਾਂ ਨਾਲ ਕਮਾਉਂਦੇ ਨੇ ਨਾ, ਮੈਂ ਇਸ ਤਰ੍ਹਾਂ ਕਹਿ ਦਾਂ ਕਿ ਉਹਨਾਂ ਦਾ ਕਮਾਇਆ ਧਨ ਉਹ ਬੇਈਮਾਨੀ ਵੱਲ ਲੈ ਕੇ ਜਾ ਰਿਹਾ ਉਹਨਾਂ ਨੂੰ। ਉਹ ਲਾਲਚ ਨਾਲ ਪ੍ਰਗਟ ਹੋ ਰਹੇ ਨੇ ਸੰਸਾਰ ਦੇ ਵਿੱਚ, ਕਮਾ ਉਹ ਵੀ ਰਹੇ ਨੇ ਧਨ, ਪਰ ਜਿਹੜੇ ਕਈ ਐਸੇ ਵੀ ਨੇ ਘੱਟ ਕਮਾ ਕੇ ਵੀ ਸੰਸਾਰ ਵਿੱਚ ਇੱਜ਼ਤ ਪਾਉਂਦੇ ਨੇ। ਤੁਸੀਂ ਗੁਰੂ ਨਾਨਕ ਦੇ ਆਸ਼ਰੇ ਅਨੁਸਾਰ ਚੱਲੋ ਨਾ, ਜੇ ਕਿਸੇ ਦੀ ਬੇਈਮਾਨੀ ਵਿਵਹਾਰ ਸ਼ੁੱਧ ਰੱਖਾਂਗੇ
ਤੁਸੀਂ ਇੱਜ਼ਤ ਨਾਲ ਪ੍ਰਗਟ ਹੋਵੋਗੇ। ਤੁਹਾਡੀ ਸੰਸਾਰ ਵਿੱਚ ਵੀ ਕੀ, ਉਸ ਪਰਲੋਕ ਵਿੱਚ ਵੀ ਜੈ ਜੈਕਾਰ ਹੋਏਗੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦੀ ਹੋਈ ਨਾ, ਆ ਰਿਹਾ ਨਾ ਦਿਹਾੜਾ 8 ਤਰੀਕ, ਤੇ ਕੀ ਕਿਹਾ ਵਿਦਵਾਨ ਨੇ, ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਇੱਥੇ ਹਾਹਾਕਾਰ ਹੋਈ, ਲੋਕ ਵਿਰਲਾਪੇ ਕਿ ਗੁਰੂ ਸਾਹਿਬ ਸਰੀਰਿਕ ਵਿਛੋੜਾ ਦੇ ਗਏ ਨੇ। ਇੱਥੇ ਵੀ ਵਾਹ ਵਾਹ ਹੋ ਰਹੀ ਹੈ, ਤੇ ਜੈ 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 3 ਵਾਰੀ। ਜਿਨ੍ਹਾਂ ਦੀ ਜੈ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਅਗਾਂਹ ਪਰਲੋਕ ਵਿੱਚ ਵੀ ਰਹੇਗੀ। ਜੈ 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 ਸੁਰ ਲੋਕ, ਹੈ ਸਭ ਜਗ ਪਿਓ, ਜੈ 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 ਸੁਰ ਲੋਕ। ਉਹ ਇੱਜ਼ਤ ਨਾਲ ਜਾਂਦੇ ਨੇ। ਪਰ ਜਿਹੜੇ ਮਾੜੇ ਕੰਮ ਕਰ ਲੈਂਦੇ ਨੇ, ਪੈਸੇ ਬਹੁਤ ਨੇ, ਪਰ ਉਹਨਾਂ ਨੂੰ ਲਾਲਚ ਇੱਜ਼ਤ ਨਹੀਂ ਬਣਨ ਦਿੰਦਾ ਉਹਨਾਂ ਦੀ। ਬੜੀ ਵੱਡੀ ਗੱਲ ਜੇ, ਧਿਆਨ ਨਾਲ ਦੁਬਾਰਾ ਸੁਣੋ। ਪੈਸਾ ਬਹੁਤ ਹੈ, ਪਰ ਉਹਨਾਂ ਕੋਲ ਜਿਹੜਾ ਪੈਸਾ ਹੈ, ਲਾਲਚ ਬਿਰਤੀ ਉਹਨਾਂ ਨੂੰ ਇੱਜ਼ਤ ਨਹੀਂ ਬਣਨ ਦਿੰਦੀ। ਪੈਸਿਆਂ ਕਰਕੇ ਬੰਦਾ ਧਰਮ ਤੋਂ ਡੋਲ ਵੀ ਜਾਂਦਾ ਹੈ। ਆਪਣੀ ਬਿਰਤੀ ਲੈ ਜਾਓ ਸਰਹੰਦ ਤੇ। ਆ ਰਿਹਾ ਨਾ ਗੁਰਪੁਰਬ, ਛੋਟੇ ਸਾਹਿਬਜ਼ਾਦਿਆਂ ਦਾ, ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਕਿਸ ਤਰ੍ਹਾਂ ਵਜੀਦੇ ਦੀ ਕਚਹਿਰੀ ਵਿੱਚ ਪਹਿਲੇ ਦਿਨ ਜਦ ਪੇਸ਼ੀ ਸੀ, ਕੀ ਹੋ ਰਿਹਾ ਸੀ? ਉਹਨੇ ਚਲਾਕੀ ਕੀਤੀ, ਉਹਨੇ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਕਿ ਇਹ ਆਣਗੇ ਤੇ ਸਿਰ ਝੁਕਾ ਕੇ ਆਣਗੇ। ਇਹੀ ਹੈ ਨਾ ਇਤਿਹਾਸ। ਮੈਂ ਤੇ ਸਿਰਫ ਉਹਨੂੰ ਥੋੜਾ ਜਿਹਾ ਟੂਕ ਮਾਤਰ ਇਸ ਸਬਜੈਕਟ ਦੇ ਨਾਲ ਜੋੜ ਰਿਹਾ, ਕਿਉਂਕਿ ਉਹ ਪਤ ਸਿਉ ਪ੍ਰਗਟ ਜਾਏ, ਉਹ ਇੱਜ਼ਤ ਨਾਲ ਪ੍ਰਗਟ ਹੋਏ, ਕਿਉਂਕਿ ਉਹਨੂੰ ਡਰ ਨਹੀਂ ਸੀ। ਦੇਖੋ, ਜਿਹਨੂੰ ਮੌਤ ਦਾ ਖੌਫ ਹੋਏਗਾ ਨਾ, ਜਿਹਨੂੰ ਆਪਣੇ ਅਹੁਦੇ ਦਾ ਖੌਫ ਹੋਏਗਾ ਕਿ ਮੇਰੇ ਕੁਰਸੀ ਨਾ ਚਲੀ ਜਾਏ, ਕਈ ਤੁਸੀਂ ਹੁਣ ਵੀ ਦੇਖੋ ਉਦਾਹਰਨ ਨੇ, ਧਰਮ ਤੋਂ ਡੋਲ ਜਾਂਦੇ ਨੇ। ਪਰ ਹੁਣ ਉਹਨਾਂ ਨੂੰ ਬਾਬਾ ਕਿਹਾ ਨਾ, ਦੇਖੋ ਕਿ ਕਿਉਂ ਬਾਬਾ ਕਿਹਾ। ਬਾਬਾ ਤੇ ਹੁੰਦਾ ਵੱਡਾ ਬਜ਼ੁਰਗ ਨੂੰ, ਕੋਈ ਦਾਦੇ ਨੂੰ ਬਾਬਾ ਕਹਿੰਦੇ ਆ ਨਾ, ਬਾਬਾ ਬਸੇ ਗ੍ਰਾਮ ਬਕਾਲੇ, ਤੇ ਇੱਥੇ ਬਾਬਾ ਕਿਹਾ। ਹੁਣ ਬਾਬਾ ਛੋਟੀ ਉਮਰ 'ਚ ਬੂੜੇ ਨੂੰ ਵੀ ਬਾਬਾ ਬੁੱਢਾ ਜੀ ਕਿਹਾ। ਕਿਉਂ ਕਿਹਾ ਬਾਬਾ? ਕਦੀ ਸੋਚਿਆ? ਸਾਰਿਆਂ ਨੂੰ ਬਾਬਾ ਨਹੀਂ ਕਿਹਾ, ਕਿਉਂਕਿ ਘੱਟ ਉਮਰ ਵਿੱਚ, ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਦੇ ਨੇ। ਪਤ ਸਿਉ ਪ੍ਰਗਟ ਜਾਏ, ਮੰਨੇ ਮਾਰਗ ਠਾਕ ਨਾ ਪਾਏ। ਉਹਨਾਂ ਦੇ ਸਚਿਆਰ ਬਣਨ ਦੇ ਰਸਤੇ 'ਚ ਫਿਰ ਰੁਕਾਵਟ ਨਹੀਂ ਆਉਂਦੀ। ਭਾਈ ਸੀ ਵਜੀਦੇ ਨੇ ਕਿੰਨੀ ਵੱਡੀ ਰੁਕਾਵਟ। ਬੱਚੇ ਨੂੰ ਦੇਖੋ ਕਿਤਨਾ ਪਿਆਰ ਹੁੰਦਾ ਟੁਆਇਸ ਦੇ ਨਾਲ। ਬੱਚੇ ਨੂੰ ਨਾ ਤੁਸੀਂ ਚਾਕਲੇਟ ਦੇ ਲਓ ਤੇ ਜੋ ਮਰਜ਼ੀ ਕੰਮ ਕਰਾ ਲਓ, ਹੁੰਦਾ ਐਵੇਂ ਹੀ ਹੈ ਨਾ। ਪਰ ਉਹਨਾਂ ਸਾਹਿਬਜ਼ਾਦਿਆਂ ਨੇ ਉਸ ਵਜੀਦੇ ਦੀ ਜਿਹੜੀ ਕਚਹਿਰੀ ਸੀ, ਸਮਝ ਗਏ। ਬਾਬੇ ਸੀ ਨਾ, ਬਾਬੇ ਦੀ ਪਦਵੀ ਐਵੇਂ ਨਹੀਂ ਮਿਲਦੀ। ਉਹਨਾਂ ਨੇ ਸਿਰ ਨਹੀਂ ਝੁਕਾ ਕੇ ਗਏ। ਉਹ ਸਭ ਤੋਂ ਪਹਿਲਾਂ ਆਪਣੀ ਜੁੱਤੀ, ਵਜੀਦਾ ਜਿਹੜਾ ਸਾਹਮਣੇ ਬੈਠਾ ਸੀ, ਕਿ ਭਾਈ ਤੇਰੀਆਂ, ਉਹਦਾ ਭਾਵ ਇਹ ਸੀ ਕਿ ਤੇਰੀਆਂ ਜਿਹੜੀਆਂ ਇਹ ਲਾਲਚ ਤੂੰ ਦੇ ਰਿਹਾ ਨਾ, ਇਹ ਸਾਡੇ ਜੁੱਤੀ ਦੇ ਥੱਲੇ ਨੇ। ਹਾਲਾਂਕਿ ਪੇਸ਼ੀ 'ਚ ਇਹ ਵੀ ਕਿਹਾ ਸੀ ਕਿ ਤੁਹਾਨੂੰ ਅਸੀਂ ਛੱਡ ਦਾਂਗੇ, ਵਧੀਆ ਕੱਪੜੇ ਦਾਂਗੇ, ਖਿਲੌਣੇ ਦਾਂਗੇ। ਇਹੀ ਬੱਚਿਆਂ ਨੂੰ ਲਾਲਚ ਦੇਈ ਦੇਣਾ, ਤੁਹਾਨੂੰ ਜਗੀਰਾਂ ਦੇ ਦਾਂਗੇ। ਪਰ ਉਹਨਾਂ ਨੇ ਉਹਨਾਂ ਨੂੰ
ਸਚਿਆਰ ਬਣਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਈ, ਮਾਰਗ ਠਾਕ ਨਾ ਪਾਏ, ਇੱਜ਼ਤ ਨਾਲ ਗਏ ਨੇ। ਪਤ ਸਿਉ ਪ੍ਰਗਟ ਜਾਏ। ਅੱਜ ਵਜੀਦੇ ਦਾ ਨਾਮ ਜ਼ਰੂਰ ਅਸੀਂ ਲੈਂਦੇ ਹਾਂ, ਸੁੱਚਾਨੰਦ ਦਾ ਨਾਮ ਜ਼ਰੂਰ ਲੈਂਦੇ ਹਾਂ, ਪਰ ਉਹ ਇੱਜ਼ਤ ਨਾਲ ਨਹੀਂ ਲੈਂਦੇ ਅਸੀਂ। ਭਾਵੇਂ ਜ਼ਰੂਰ ਹੈ ਉਹਨਾਂ ਨੂੰ ਵੀ, ਔਰੰਗਜ਼ੇਬ ਨੂੰ ਵੀ ਯਾਦ ਕਰੀਦਾ, ਪਰ ਉਹ ਇੱਜ਼ਤ ਨਾਲ ਨਹੀਂ ਗਏ। ਉਹ ਆਪਣੇ ਕਰਮਾਂ ਦੇ, ਮਾੜੇ ਕਰਮਾਂ ਕਰਕੇ ਅੱਜ ਵੀ ਉਹ ਜਾਣੇ ਜਾਂਦੇ ਨੇ। ਅੱਜ ਵੀ ਲਾਨਤ ਹੀ ਪੈਂਦੀ ਹੈ, ਕਿਉਂਕਿ ਇਤਿਹਾਸ ਸੇ ਅਸੀਂ ਜ਼ਿਕਰ ਕਰਨਾ ਹੈ। ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ, ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ, ਜਿਹੜੇ ਪਰਮਾਤਮਾ ਦੀ ਗੱਲ ਮੰਨ ਲੈਂਦੇ ਨੇ, ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ 3 ਸ਼ਰਤਾਂ ਸਨ ਨਾ, ਜਾਂ ਤੇ ਇਸਲਾਮ ਕਬੂਲ ਕਰੋ, ਜਾਂ ਕਰਾਮਾਤ ਦਿਖਾਓ, ਤੇ ਜਾਂ ਸ਼ਹੀਦੀ ਦੇਣ ਵਾਸਤੇ ਤਿਆਰ ਹੋ ਜਾਓ। ਇਹ 3 ਸ਼ਰਤਾਂ ਸੀ। ਮਹਾਰਾਜ ਨੇ ਕਿਹਾ ਕਰਾਮਾਤ ਤੇ ਸਾਡੇ ਵਿੱਚ ਹੈ ਹੀ ਨਹੀਂ ਹੈ, ਉਹ ਤੇ ਕਹਿਰ ਹੈ। ਅਸੀਂ ਤੇ ਪਰਮਾਤਮਾ ਦੇ ਭਾਣੇ ਵਿੱਚ ਜੀਣ ਵਾਲੇ ਬੰਦੇ ਹਾਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕਰਾਮਾਤ ਅਸੀਂ ਦਿਖਾਣੀ ਨਹੀਂ। ਧਰਮ ਤੋਂ ਅਸੀਂ ਜ਼ਬਰਦਸਤੀ ਵਾਲਾ ਕੋਈ ਕੰਮ ਨਹੀਂ। ਉਹ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਵੀ, ਜਦੋਂ ਜਨੇਊ ਪਾਉਣ ਲੱਗੇ ਸਨ, ਤਦ ਵੀ ਮਹਾਰਾਜ ਨੇ ਮਨਾ ਕੀਤਾ। ਇੱਥੇ ਪਾਇਆ ਨਹੀਂ, ਇੱਥੇ ਲਾਣ ਨਹੀਂ ਦੇ ਰਹੇ, ਕਿਸੇ ਦਾ ਉਤਾਰਨ ਨਹੀਂ ਦੇ ਰਹੇ। ਤੋ ਗੁਰੂ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀ ਲਿਆ, ਪਰ ਉਹਨਾਂ ਦੀ ਸ਼ਰਤ ਨੂੰ ਮੰਨਿਆ ਨਹੀਂ। ਪਤ ਸਿਉ ਪ੍ਰਗਟ ਜਾਏ। ਉਹ ਇੱਜ਼ਤ ਨਾਲ ਗਏ ਨੇ। ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਾਂ ਤੇ ਜਾ ਕੇ, ਭਾਵੇਂ ਲੱਕੀ ਸ਼ਾਹ ਵਣਜਾਰਾ ਹਾਲ, ਰਕਾਬਗੰਜ ਸਾਹਿਬ, ਭਾਵੇਂ ਸੀਸਗੰਜ ਸਾਹਿਬ, ਭਾਵੇਂ ਅਨੰਦਪੁਰ ਸਾਹਿਬ ਦਾ ਸੀਸਗੰਜ ਸਾਹਿਬ, ਭਾਵੇਂ ਬਾਬਾ ਬਕਾਲਾ, ਅੱਜ ਵੀ ਸੰਗਤ ਗੁਰੂ ਦਾ ਸਿਜਦਾ ਕਰਨ ਵਾਸਤੇ ਤਰਸਦੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਸਚਿਆਰ ਬਣਨ ਵਿੱਚ ਕੋਈ ਰੁਕਾਵਟ ਨਹੀਂ ਆਈ, ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਗੱਲ ਨੂੰ ਸਵੀਕਾਰ ਕਰ ਲਿਆ ਤੇ ਇੱਜ਼ਤ ਨਾਲ ਗਏ। ਪਤ ਸਿਉ ਪ੍ਰਗਟ ਜਾਏ। ਤੋ ਮਹਾਰਾਜ ਇੱਥੇ ਇਹ ਸਾਨੂੰ ਸਮਝਾਣਾ ਕਰ ਰਹੇ ਨੇ, ਭਾਈ ਜੇ ਤੁਸੀਂ ਪਰਮਾਤਮਾ ਦਾ ਨਾਮ ਨੂੰ ਮੰਨ ਲਿਆ, ਸੁਣ ਕੇ, ਉਹਨੂੰ ਅਸੀਂ ਸੁਣਿਆ ਨਾ, ਜੇ ਇਹਨੂੰ ਅਡਾਪਟ ਕਰ ਲਈਏ ਜਾਂ ਇਹਨੂੰ ਆਪਣੇ ਜੀਵਨ ਵਿੱਚ ਅਮਲੀ ਜੀਵਨ ਇੰਪਲੀਮੈਂਟ ਕਰ ਲਈਏ ਇਸ ਨੂੰ, ਤੇ ਕੀ ਹੋਏਗਾ? ਫਿਰ ਅਸੀਂ ਵੀ ਇੱਜ਼ਤ ਦੇ ਨਾਲ ਉਸ ਪਰਮਾਤਮਾ ਦੇ ਘਰ ਵਿੱਚ ਜਾਣੇ ਜਾਵਾਂਗੇ। ਮੰਨੈ ਮਗ ਨਾ ਚੱਲੈ ਪੰਥ। ਮਗ ਮਾਰਗ ਹੀ ਹੈ। ਅੱਛਾ ਦੇਖੋ, ਇੱਥੇ ਪੰਥ ਵੀ ਆਇਆ, ਇਹ ਵੀ ਮਾਰਗ ਹੀ ਹੈ। ਕਿਉਂਕਿ ਬਾਣੀ ਜਿਤਨੀ ਹੈ ਨਾ, ਉਹ ਕਾਵਿ ਰੂਪ ਵਿੱਚ ਹੈ। ਸਮਝਦੇ ਨਾ, ਜਿਸ ਤਰ੍ਹਾਂ ਇੱਕ ਚੀਜ਼ ਨੂੰ ਪੂਰਾ ਕਰਨ ਵਾਸਤੇ, ਜਿਸ ਤਰ੍ਹਾਂ ਅਖੀਰ ਵਿੱਚ ਕਈ ਜਗ੍ਹਾ ਤੇ ਆਉਂਦਾ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ। ਇਹ ਇੱਕ ਕਾਵਿ ਰੂਪ ਹੈ। ਕਈ ਵਾਰੀ ਅੱਖਰ ਪੂਰਾ ਕਰਨ ਵਾਸਤੇ ਵੀ ਮਹਾਰਾਜ ਨੇ ਉਸ ਅੱਖਰ ਨੂੰ ਰਿਪੀਟ ਵੀ ਕੀਤਾ ਹੈ। ਇੱਥੇ ਮਾਰਗ ਕਹਿ ਰਹੇ ਨੇ, ਮਤਲਬ ਮਾਰਗ ਹੀ ਹੈ, ਰਸਤਾ ਹੀ ਹੈ। ਮੰਨੈ ਮਗ ਨਾ ਚੱਲੈ ਪੰਥ। ਜਿਹੜਾ ਪਰਮਾਤਮਾ ਦੀ ਗੱਲ ਨੂੰ ਜੇ ਕੋਈ ਮੰਨ ਲਵੇ ਤੇ ਉਹ ਕੀ ਹੁੰਦਾ ਹੈ? ਉਹ ਵੱਖ-ਵੱਖ ਰਸਤਿਆਂ ਦੇ ਵਿੱਚ ਨਹੀਂ ਜਾਂਦਾ। ਭਾਵ ਕਿ ਉਹ ਕਦੀ ਇੱਧਰ, ਕਦੀ ਉਸ ਡੇਰੇ ਵਿੱਚ, ਕਦੀ ਉਹ ਧਰਮ ਵਿੱਚ ਨਹੀਂ। ਉਹ ਕਰਮ ਕਾਂਡਾਂ ਵਿੱਚ ਨਹੀਂ ਫਸਦਾ। ਉਹ ਇੱਕ ਦਾ ਪੁਜਾਰੀ ਬਣ ਜਾਂਦਾ ਹੈ। ਦੇਖੋ ਕਿੰਨੀ ਵੱਡੀ ਗੱਲ ਹੈ। ਉਹ ਦਰ ਦੀਆਂ ਠੋਕਰਾਂ ਨਹੀਂ ਖਾਂਦਾ। ਜਿਨ੍ਹਾਂ ਨੇ 2 ਬੇੜੀਆਂ 'ਚ ਪੈਰ ਰੱਖਿਆ ਹੁੰਦਾ ਨਾ, ਉਹ ਕਦੇ ਵੀ ਡੁੱਬ ਸਕਦੇ ਨੇ। ਤੇ ਇਹ ਅਲੱਗ-ਅਲੱਗ ਮਾਰਗ ਦੇ ਵਿੱਚ ਵੱਖਰੀਆਂ ਜਗ੍ਹਾ ਤੇ ਉਹ ਨਹੀਂ ਜਾਂਦਾ। ਕਿਉਂ? ਕਿਉਂਕਿ ਮਹਾਰਾਜ ਕਹਿ ਰਹੇ ਨੇ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਕਿਉਂਕਿ ਉਹਦਾ ਧਰਮ ਦੇ ਨਾਲ ਪਿਆਰ ਹੋ ਜਾਂਦਾ ਹੈ।
कितनी वड्डी गल है। ਅਸੀਂ ਆਮ ਤੌਰ ਤੇ ਦੇਖੋ ਇਸ ਗੱਲ ਨੂੰ ਧਿਆਨ ਦੇਣਾ, ਅਸੀਂ ਨਾ ਆਮ ਤੌਰ ਤੇ ਕੀ ਕਹਿੰਦੇ ਆ ਕਿ ਸਭ ਧਰਮਾਂ ਦਾ ਸਤਿਕਾਰ ਕਰੋ, ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਧਿਆਨ ਦੇਣਾ, ਜੇ ਰੱਬ ਇੱਕ ਹੈ ਤੇ ਧਰਮ ਕਿਵੇਂ ਜਾਏ ਇੰਨੇ ਹੋ ਗਏ? ਜੇ ਰੱਬ ਇੱਕ ਹੈ ਤੇ ਧਰਮ ਅਨੇਕ ਕਿਵੇਂ ਹੋ ਗਏ? ਧਰਮ ਕੀ ਹੈ? ਧਰਮ ਹੈ ਗੁਣਾਂ ਨੂੰ ਧਾਰਨ ਕਰਨਾ। ਧਰਮ ਤੇ ਇਹੀ ਸਿਖਾਉਂਦਾ ਹੈ। ਮਹਾਰਾਜ ਨੇ ਕਹਿ ਦਿੱਤਾ, ਸਰਬ ਧਰਮ ਮੇਂ श्रेष्ठ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਥੇ ਇਹ ਵੀ ਆਇਆ, ਸਗਲ ਧਰਮ ਮੇਂ श्रेष्ठ ਧਰਮ। ਗੁਰਬਾਣੀ ਚ ਇੱਥੇ ਇੱਕ ਜਗ੍ਹਾ ਤੇ ਸਗਲ ਵੀ ਆਇਆ। ਦੇਖੋ, ਧਰਮ ਅਨੇਕ ਨਹੀਂ ਨੇ, ਨਿਰਮਲ ਕਰਮ ਕਰਨਾ ਹੀ ਧਰਮ ਹੈ। ਧਿਆਨ ਦੇਣਾ ਜੀ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਨਹੀਂ। ਧਰਮ ਹੈ ਹੀ ਨਹੀਂ ਸਾਰੇ। ਧਰਮ ਤੇ ਗੁਣਾਂ ਨੂੰ ਧਾਰਨ ਕਰਨ ਵਾਲਾ ਧਰਮ ਹੈ। ਜੀ ਮੈਂ ਫਲਾਣੇ ਧਰਮ ਦਾ ਵਾਂ। ਦੇਖੋ, ਜਿਤਨੇ ਅਸੀਂ ਚਿੰਨ੍ਹ ਪਾਏ ਨੇ ਨਾ, ਚਿੰਨ੍ਹ ਪਾ ਕੇ ਕੋਈ ਧਾਰਮਿਕ ਨਹੀਂ ਹੁੰਦਾ। ਜੇ ਮੈਨੂੰ ਖਿਮਾ ਕਰ ਦੇਣਾ, ਕੋਈ ਬੋਧੀ ਰੱਖ ਲਵੇ, ਕੋਈ ਤਿਲਕ ਮਾਥੇ ਤਿਲਕ, ਹੱਥ ਮਾਲਾ ਬਾਣਾ, ਰੋਗਨ ਨਾਮ ਖਿਲੋਣਾ ਜਾਣਾ। ਜੇ ਕੋਈ ਸੋਚੇ ਮੈਂ ਤਿਲਕ ਲਾ ਲਿਆ, ਧੋਤੀ ਪਾ ਲਈਏ, ਹੱਥ 'ਚ ਕਰਮੰਡਲ ਫੜ ਲਿਆ, ਜਟਾਂ ਰੱਖ ਲੀਆਂ ਨੇ, ਮੈਂ ਧਰਮੀ ਬਣ ਗਿਆ, ਨਹੀਂ। ਮੈਨੂੰ ਖਿਮਾ ਕਰ ਦੇਣਾ, ਜੇ ਅਸੀਂ ਵੀ 5 ਕਕਾਰ ਪਾ ਲਏ ਨੇ ਤੇ ਮੈਂ ਆਪਣੇ ਆਪ ਨੂੰ ਧਾਰਮਿਕ ਕਵਾਂਗਾ, ਚੋਲਾ ਪਾ ਲਿਆ ਤੇ ਮੈਂ ਵੀ ਧਾਰਮਿਕ ਨਹੀਂ ਹਾਂ, ਜਦ ਤੱਕ ਨਿਰਮਲ ਕਰਮ ਨਹੀਂ ਹੋਣਗੇ। ਬੜੀ ਤਵੱਜੋ ਦੇਣਾ ਇਸ ਗੱਲ ਤੇ। ਧਰਮ ਕੀ ਸਿਖਾਉਂਦਾ ਹੈ? ਜਿਹਦੇ ਵਿੱਚ ਕਰਮ ਨਿਰਮਲ ਹੋਣ। ਨਿਰਮਲ ਕੀ ਨੇ? ਮਲ, ਨਿਰਮਲ, ਮਲ ਤੋਂ ਰਹਿਤ, ਜਿਹੜੇ ਕਰਮਾਂ ਦੇ ਵਿੱਚ ਸਾਫ਼, ਜਿਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮੈਲ ਨਹੀਂ ਹੈ, ਉਹ ਵਜ੍ਹਾ ਧਰਮ ਹੈ। ਧਰਮ ਤੇ ਬਹੁਤ ਨੇ। ਧਰਮ ਨਹੀਂ ਕੋਈ ਸਿਖਾਉਂਦਾ ਕਿ ਕਿਸੇ ਦਾ ਮਾੜਾ ਸੋਚੋ। ਧਰਮ ਤੇ ਕਹਿੰਦਾ ਕਿ ਸਾਰਿਆਂ ਨੂੰ ਪਿਆਰ ਕਰੋ, ਪਰ ਅਸੀਂ ਧਰਮ ਦੀ ਡੈਫੀਨੇਸ਼ਨ ਹੀ ਗਲਤ ਕੱਢ ਦਿੱਤੀ ਹੈ। ਜੀ ਮੈਂ ਬਹੁਤ ਵੱਡੀ ਕਿਰਪਾਨ ਪਾ ਲਈ, ਮੈਂ ਵੱਡਾ ਧਰਮੀ ਹੋ ਗਿਆ। ਸਕੂਲ ਦੀ ਡਰੈਸ ਪਾਉਣ ਨਾਲ ਇਹ ਨਹੀਂ, ਮੈਂ ਮੇਰੀ ਗੱਲ ਦਾ ਮਤਲਬ ਇਹ ਵੀ ਨਾ ਲੈ ਲੈਣਾ ਕਿ ਅਸੀਂ ਇਸ ਚਿੰਨ੍ਹ ਨੂੰ ਪਾਉਣਾ ਨਹੀਂ ਹੈ। ਮਹਾਰਾਜ ਦੀ ਬਖਸ਼ਿਸ਼ ਹੈ, ਪਾਣੀ ਹੈ, ਪਰ ਖਾਲੀ ਇੱਥੋਂ ਤੱਕ ਸੀਮਤ ਨਹੀਂ ਹੈ। ਇਹਦਾ ਕਰਮਾਂ ਦੇ ਨਾਲ ਕੋਈ ਸੰਬੰਧ ਨਹੀਂ। ਕਰਮ ਤਦ ਬਣਨੇ ਨੇ ਜਦ ਅਸੀਂ ਇਹਨਾਂ ਨੂੰ ਪਾ ਕੇ ਗੁਰੂ ਦੇ ਆਸ਼ਰੇ ਅਨੁਸਾਰ ਅਸੀਂ ਜੀਵਨ ਨੂੰ ਢਾਲਾਂਗੇ, ਤੇ ਫਿਰ ਤੇ ਬਣਾਂਗੇ ਧਰਮੀ। ਜੇ ਸਕੂਲ ਦੀ ਡਰੈਸ ਪਾ ਕੇ ਬੱਚਾ ਰੋਜ਼ ਸਕੂਲੋਂ ਵੇਖ ਕੇ ਸਕੂਲ ਆ ਜਾਵੇ, ਪਾਸ ਨਹੀਂ ਹੁੰਦਾ। ਜੇ ਉਹਨੂੰ ਡਰੈਸ ਦੇ ਨਾਲ ਟੀਚਰ ਦਾ ਗਿਆਨ, ਨੌਲੇਜ, ਵਿਵੇਕ ਲੈਣੀ ਪਵੇਗੀ, ਧਾਰਮਿਕ ਤਾਂ ਹੋਏਗਾ। ਧਾਰਮਿਕ ਚਿੰਨ੍ਹ ਦਾ ਮੁਹਤਾਜ ਨਹੀਂ ਹੈ। ਧਾਰਮਿਕ ਬਣਨ ਵਾਸਤੇ ਕਰਮ ਬਣਾਉਣੇ ਪੈਣਗੇ। ਚਿੰਨ੍ਹ ਤਾਂ ਨੇ ਕਿ ਅਸੀਂ ਗੁਰੂ ਵਾਲੇ ਹਾਂ। ਕੋਈ ਇਹ ਨਹੀਂ ਮਤ ਸੋਚ ਲੈਣਾ ਕਿ ਡਾਕਟਰ ਦਾ ਮੁੰਡੇ ਨੂੰ ਕਦੀ ਅਸੀਂ ਡਾਕਟਰ ਕਹਿੰਦੇ ਹਾਂ। ਮੈਨੂੰ ਇੱਕ ਵਾਰ ਧਿਆਨ ਦੇਣਾ, ਕੋਈ ਡਾਕਟਰ ਦੇ ਘਰ ਬੱਚਾ ਹੋਵੇ ਔਰ ਅਸੀਂ ਉਹਨੂੰ ਕਹਿੰਦੇ ਡਾਕਟਰ ਹੈ। ਕਿਉਂ ਨਹੀਂ ਕਹਿੰਦੇ? ਕਿਉਂਕਿ ਉਹਨੇ ਡਿਗਰੀ ਨਹੀਂ ਲਈ। ਹਾਂ, ਡਾਕਟਰ ਨੂੰ ਡਾਕਟਰ ਕਹਿ ਰਹੇ ਹਾਂ, ਉਹ ਜਾਇਜ਼ ਹੈ। ਕੋਈ ਇੰਜੀਨੀਅਰ ਦੇ ਘਰ ਬੱਚਾ ਪੈਦਾ ਹੋਇਆ, ਅਸੀਂ ਇੰਜੀਨੀਅਰ ਕਹਿੰਦੇ ਹਾਂ। ਜਾਂ ਕੋਈ ਬ੍ਰਾਹਮਣ ਦੇ ਘਰ ਬੱਚਾ ਪੈਦਾ ਹੋਇਆ, ਬ੍ਰਾਹਮਣ ਹੋ ਜਾਏਗਾ? ਨਹੀਂ, ਮਹਾਰਾਜ ਕਹਿੰਦੇ ਨੇ ਨਹੀਂ। ਜੇ ਵਜੇ ਕਰਮ ਕਰੇਗਾ ਉਹ ਵਜੇ ਡਿਗਰੀ ਮਿਲੇਗੀ। ਕਈ ਗਰੀਬ ਦੇ ਘਰਾਂ ਵਿੱਚ ਪੈਦਾ ਹੋ ਕੇ ਉਹ ਡਾਕਟਰ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੇ ਜਿੱਥੇ ਡਰੈਸ ਧਾਰਨ ਕੀਤੀ ਸੀ ਉੱਥੇ ਉਹ ਪੜ੍ਹਾਈ ਵੀ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਉਹ ਡਾਕਟਰ ਬਣ ਗਏ। ਤੇ ਕਈ ਬ੍ਰਾਹਮਣ ਦੇ ਘਰ ਵਿੱਚ ਪੈਦਾ ਹੋ ਕੇ ਉਹ ਬ੍ਰਾਹਮਣ ਨਹੀਂ ਬਣ ਸਕੇ। ਕਿਉਂ? ਉਹਨਾਂ ਵਿੱਚ ਬ੍ਰਹਮ ਪੂਣਾ ਨਹੀਂ ਸੀ। ਉਹਨਾਂ ਬ੍ਰਾਹਮਣ ਕੀ ਹੈ? ਜਿਹਨੂੰ ਬ੍ਰਹਮ ਦਾ ਗਿਆਨ ਹੋਵੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ
ਬ੍ਰਹਮ ਗਿਆਨੀ ਹੋਏ। ਇੱਥੇ ਮਹਾਰਾਜ ਨੇ ਕੋਈ ਚਿੰਨ੍ਹਾਂ ਦੀ ਨਿਸ਼ਾਨੀ ਕੋਈ ਨਹੀਂ ਦੱਸੀ ਕਿ ਇਹ ਚਿੰਨ੍ਹਾਂ ਨਾਲ ਜੇ ਤਿਲਕ ਵੱਡਾ ਲਾ ਲਾਂਗੇ ਤੇ ਉਹ ਬ੍ਰਹਮ ਗਿਆਨੀ ਹੈ। ਨਹੀਂ, ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਤੇ ਉਹ ਵੇ, ਇਹ ਸਭ ਕਰਮ ਨੇ। ਮਨ ਸਾਚਾ, ਸਭ ਤੋਂ ਪਹਿਲਾਂ ਉਹਦਾ ਮਨ ਸਾਚਾ ਹੋਵੇ, ਮੁਖ ਸਾਚਾ। ਮੁਖ ਦੇ ਅੰਦਰ ਵੀ ਜੋ ਬੋਲ ਰਿਹਾ ਹੈ, ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕਸ ਬਿਨ ਕੋਏ। ਉਹ ਆਪਣੇ ਇੱਕ ਪ੍ਰਭੂ ਪਰਮਾਤਮਾ ਤੋਂ ਇਲਾਵਾ ਥਾਂ ਥਾਂ ਤੇ ਭਟਕਦਾ ਨਹੀਂ ਹੈ। ਤੇ ਮਹਾਰਾਜ ਇੱਥੇ ਇਹ ਕਹਿ ਰਹੇ ਨੇ, ਮੰਨੇ ਮਗ ਨਾ ਚੱਲੈ ਪੰਥ। ਉਹ ਥਾਂ ਥਾਂ ਤੇ ਆਪਣੇ ਪੰਥ ਨਹੀਂ ਬਦਲਦਾ, ਉਹ ਰਸਤਾ ਨਹੀਂ ਬਦਲਦਾ। ਅਸੀਂ ਸਾਨੂੰ ਕੋਈ ਆ ਕੇ ਕਵੇ ਜੀ ਫਲਾਣਾ ਬਾਬਾ ਆਇਆ, ਫਲਾਣਾ ਗੁਰੂ ਆਇਆ, ਧਿਆਨ ਦੇਣਾ ਕਿ ਉਹ ਫਲਾਣਾ ਬਾਬਾ ਆਇਆ ਨਾ, ਉਹ ਐਸਾ, ਤੁਸੀਂ ਉਹਨੂੰ ਮਿਲੋ, ਤੁਹਾਡੀਆਂ ਸਾਰੇ ਸਰੀਰ ਦੀਆਂ ਦਰਦਾਂ ਠੀਕ ਹੋ ਜਾਣਗੀਆਂ। ਬੰਦਾ ਭੱਜਦਾ ਜਾਂਦਾ, ਉਸੇ ਵੇਲੇ ਗੁਰੂ ਦੀ ਪੜ੍ਹਾਈ ਉੱਥੇ ਹੀ ਛੱਡਦਾ, ਦੂਜੇ ਗੁਰੂ ਵੱਲ ਜਾਂਦਾ। ਚਲੋ ਠੀਕ ਵੀ ਹੋ ਗਿਆ, ਫਿਰ ਉਹਦੇ ਗੁਣ ਗਾਉਂਦਾ ਹੈ। ਦਰਅਸਲ ਉਹ ਗੁਰੂ ਥੋੜ੍ਹੀ ਹੈ, ਉਹ ਵੈਦ, ਉਹ ਤੇ ਵੈਦ ਹੋਇਆ ਜੀ। ਭਾਈ ਸਾਹਿਬ ਦੱਸੋ, ਮੈਨੂੰ ਕਈ ਕਹਿੰਦੇ ਨੇ ਜੀ ਮੈਨੂੰ ਦਰਦਾਂ ਰਹਿੰਦੀਆਂ ਨੇ, ਮੈਨੂੰ ਸ਼ੂਗਰ ਹੈ, ਮੈਨੂੰ BP ਹੈ, ਕੋਈ ਐਸਾ ਸ਼ਬਦ ਦੱਸੋ। ਕਹੀਦਾ ਨਾ ਅਸੀਂ, ਸ਼ਬਦ ਦੱਸੋ ਮੈਨੂੰ ਕੋਈ। ਮੈਂ ਹੱਸ ਪੈਣਾ, ਕਹਿੰਦੇ ਸ਼ੂਗਰ ਬਹੁਤ ਹੈ ਭਾਈ ਸਾਹਿਬ, ਕੋਈ ਸ਼ਬਦ ਦੱਸੋ। ਕਿਉਂਕਿ ਅੱਜ ਕੱਲ੍ਹ ਕਈਆਂ ਨੇ ਦੁਕਾਨਾਂ ਇਸ ਗੱਲ ਤੋਂ ਵੀ ਚਲਾਈਆਂ ਨੇ ਕਿ ਫਲਾਣਾ ਰੋਗ ਹੈ, ਫਲਾਣਾ ਸ਼ਬਦ ਪੜ੍ਹ ਲਓ। ਗੁਰੂ ਸਾਹਿਬ ਨੇ ਕੋਈ ਇਸ ਤਰ੍ਹਾਂ ਦਾ ਕੋਈ ਸ਼ਬਦ ਇਸ ਤਰ੍ਹਾਂ। ਮੈਂ ਕਿਹਾ ਜੀ ਅੱਛਾ ਸ਼ੂਗਰ ਹੈ ਤੁਹਾਨੂੰ? ਕਹਿੰਦੇ ਹਾਂ। ਮੈਂ ਕਿਹਾ ਇੱਕ ਕੰਮ ਕਰ ਲਓ। ਕਹਿੰਦੇ ਕਿ? ਮੈਂ ਕਿਹਾ ਆਪਣੇ ਮੂੰਹ ਤੇ ਕੰਟਰੋਲ ਕਰ ਲਓ, ਮਿੱਠਾ ਨਾ ਖਾਓ। ਸ਼ਬਦ ਵੀ ਕੰਮ ਕਰੇਗਾ। ਫਿਰ ਹੁੰਦਾ ਕੀ ਹੈ, ਮਾਰੇ ਕਹਿੰਦੇ ਨਾ ਮਿੱਠਾ ਸੋਜੋ ਭਾਵਦਾ। ਮਿੱਠਾ ਉਦੋਂ ਖਾਓ ਜੇ ਸਰੀਰ ਨੂੰ ਚੰਗਾ ਲੱਗਦਾ ਹੈ। ਮਿੱਠਾ ਕਰਕੇ ਖਾਇਆ, ਕੋੜਾ ਉਪਜਿਆ। ਖਾਧਾ ਤੇ ਮਿੱਠਾ ਸੀ, ਪਰ ਉਹ ਸਰੀਰ ਨੇ ਇਜਾਜ਼ਤ ਨਹੀਂ ਦਿੱਤੀ ਤੇ ਉਹ ਕੋੜਾ ਬਣ ਗਿਆ। ਸਾਡੀ ਹਾਲਤ ਇਹੀ ਹੈ, ਅਸੀਂ ਕਿਸੇ ਦੇ ਪ੍ਰਭਾਵਿਤ ਹੋ ਜਾਂਦੇ ਹਾਂ, ਆਪਣੇ ਗੁਰੂ ਦੇ ਪੰਥ ਨੂੰ ਚੇਂਜ ਕਰ ਦਿੰਦੇ ਹਾਂ। ਤੁਸੀਂ ਇੱਕ ਅੱਖਰ ਆਉਂਦਾ ਹੈ ਅਰਦਾਸ ਵਿੱਚ, ਵਿਸਾਹਾ ਦਾਨ। ਇਹ ਬੜਾ ਕੀਮਤੀ ਅੱਖਰ ਹੈ। ਇਹਦਾ ਭਾਵ ਪਤਾ ਕੀ ਹੈ? ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਰੱਖਣਾ। ਵਿਸਾਹ, ਇਹ ਉਹੀ ਦੂਜੇ ਗੁਰੂ ਕੋਲ ਜਾਏਗਾ ਜਿਹਨੂੰ ਵਿਸਾਹ ਦਾਨ ਦੀ ਬਖਸ਼ਿਸ਼ ਨਹੀਂ ਹੋਈ ਹੋਏਗੀ। ਉਹ ਕਹੇਗਾ ਆਂਦਾ ਕੋਈ ਗੁਰੂ ਆ ਜਾਏ, ਕੋਈ ਭਾਵੇਂ ਜਿਤਨੇ ਮਰਜ਼ੀ ਚਮਤਕਾਰੀ ਦਿਖਾ ਦੇ, ਮੇਰੇ ਨਾਨਕ ਤੋਂ ਵੱਡਾ ਕੋਈ ਚਮਤਕਾਰੀ ਨਹੀਂ ਜੇ। ਜਾਹਰ ਪੀਰ ਜਗਤ ਗੁਰ ਬਾਬਾ। ਜਿਸ ਦਿਨ ਤੁਹਾਡੇ ਜ਼ਿਹਨ ਦੇ ਅੰਦਰ ਗੁਰੂ ਨਾਨਕ ਦੀ ਬੇੜੀ ਛੱਡ ਕੇ ਦੂਜੀ ਬੇੜੀ ਵੱਲ ਧਿਆਨ ਆਏਗਾ, ਉਸ ਦਿਨ ਸਮਝ ਲੈਣਾ ਤੁਸੀਂ ਗੁਰੂ ਨਾਨਕ ਦੀ ਬਾਣੀ ਖਾਲੀ ਪੜ੍ਹੀ ਹੈ, ਮੈਨੂੰ ਖਿਮਾ ਕਰ ਦੇਣਾ, ਹਿਰਦੇ ਵਿੱਚ ਨਹੀਂ ਗਈ। ਤਮਾਸ਼ੇ ਦਿਖਾਉਣ ਵਾਲੇ ਬੜੇ ਆਉਂਦੇ ਨੇ ਸੰਸਾਰ ਵਿੱਚ। ਉਸ ਤੋਂ ਬਾਅਦ ਪਤਾ ਕੀ ਹੁੰਦਾ ਹੈ? ਉਹ ਇੰਨਾ ਤਮਾਸ਼ਾ ਦਿਖਾਉਣ ਵਾਸਤੇ ਕੋਈ 100 ਦਾ 200 ਰੁਪਇਆ ਕਰ ਦਿੰਦਾ ਹੈ, ਕੋਈ ਹੱਥ ਵਿੱਚ 4 ਉਹ ਗੀਟੇ ਹੁੰਦੇ ਨੇ 8 ਕਰ ਦਿੰਦਾ ਹੈ। ਜਦ ਸਾਰਾ ਤਮਾਸ਼ਾ ਦਿਖਾ ਦਿੰਦਾ, ਉਸ ਤੋਂ ਬਾਅਦ ਕੀ ਕਰਦਾ ਹੈ? ਠੂਠਾ ਫੜ ਕੇ ਤੁਹਾਡੇ ਲੋਕਾਂ ਕੋਲੋਂ ਮੰਗਦਾ ਹੈ। ਫਿਰ ਤਮਾਸ਼ਾ ਕਰਨ ਵਾਲਾ ਹੀ ਕਰਦਾ ਨਾ। ਤੇ ਭਾਈ ਜਿਹਨੇ ਤੁਹਾਡੀਆਂ ਦਰਦਾਂ ਠੀਕ ਕਰਨੀਆਂ ਨੇ, ਜਿਹਨੇ ਤੁਹਾਨੂੰ ਭਰਮਾਣਾ ਹੈ, ਉਹ ਤੁਹਾਡੇ ਕੋਲੋਂ ਹੀ ਮਾਇਆ ਲੈਣੀ ਹੈ। ਉਹ ਆਪ ਮਾਇਆ ਦੇ ਵਿੱਚ ਡੁੱਬਿਆ ਪਿਆ। ਕਿਸੇ ਡਾਕਟਰ ਕੋਲੋਂ ਪੁੱਛਿਆ, ਡਾਕਟਰ ਸਾਹਿਬ ਮੈਨੂੰ ਕੋਈ ਐਸੀ ਦਵਾਈ ਦਿਓ ਜਿਹਦੇ ਨਾਲ ਮੇਰੇ ਨਾਲ ਲਾਲਚ ਨਾ ਆਵੇ। ਤੇ ਉਹ ਡਾਕਟਰ ਸਿਰ ਤੇ ਹੱਥ ਰੱਖ ਕੇ ਕਹਿੰਦਾ ਤੂੰ ਕੀ, ਇਹਦੇ ਵਿੱਚ ਤੇ ਮੈਂ ਖੁਦ ਹੀ ਫਸਿਆ ਪਿਆ, ਮੈਂ ਤੈਨੂੰ ਕੀ ਕੱਢਾਂ, ਮੇਰੇ ਕੋਲ ਤਾਂ ਕੋਈ ਦਵਾਈ ਵੀ ਨਹੀਂ ਐਸੀ। ਉਹ ਭਾਈ ਸਰੀਰ ਦੇ ਦਰਦਾਂ ਨੂੰ ਦੇਖੋ। ਮੇਰੀ ਇੱਕ ਗੱਲ ਸੁਣੋ, ਮੈਂ ਕਹਿ ਕੇ ਸਮਾਪਤੀ ਕਰਨਾ। ਜੇ ਸਾਡਾ ਮਨ ਠੀਕ ਹੈ ਨਾ, ਤੇ ਸਰੀਰ ਦੀ ਦਰਦ ਦੀ ਕੋਈ ਪਰਵਾਹ ਨਾ। ਉਹ ਮਾਰੇ ਕਹਿੰਦੇ ਨੇ ਨਾ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਜੇ ਸਾਡਾ ਮਨ ਸਾਲਡ ਹੈ ਨਾ, ਤੇ ਇਹ ਬਿਮਾਰੀਆਂ ਤੋਂ ਬੰਦਾ ਕਦੀ ਨਹੀਂ ਘਬਰਾਉਂਦਾ।
ਜੇ ਘਬਰਾਣਾ ਹੁੰਦਾ ਭਾਈ ਮਤੀ ਦਾਸ ਜੀ, ਹੁਣ ਜਿਹੜਾ ਗੁਰਪੁਰਬ ਆ ਰਿਹਾ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਘਬਰਾ ਜਾਂਦੇ, ਕਿਉਂਕਿ ਉਹਨਾਂ ਦਾ ਮਨ ਨਹੀਂ ਡਿੱਗਿਆ। ਉਹਨਾਂ ਨੂੰ ਤਨ ਕਰਕੇ ਕੋਈ ਨਹੀਂ ਡਰਾ ਸਕਿਆ। ਕਰ ਲਓ ਭਾਈ ਤੁਸੀਂ, ਤਨ ਮੇਰਾ ਹੈ ਹੀ ਨਹੀਂ, ਕਿਉਂਕਿ ਮਨ ਉਹਨਾਂ ਦਾ ਸਟਰੋਂਗ ਸੀ। ਉਹ ਥਾਂ ਥਾਂ ਤੇ ਜਾਣ ਵਾਲੀ ਬਿਰਤੀ ਨਹੀਂ ਸੀ। ਉਹ ਸੀ ਕੀ ਸੀ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਇਹਨੂੰ ਲਫ਼ਜ਼ੀ ਨਾ ਲਵੋ। ਜੇ ਗੁਰੂ ਨਾਨਕ ਤੁਸੀਂ ਮੇਰੇ ਹੋ ਤੇ ਮੈਂ ਵੀ ਤੁਹਾਡਾ ਵਾਂ, ਇਹ ਗੱਲ ਸੋਚ ਕੇ ਅਸੀਂ ਚੱਲੀਏ। ਤੋ ਮਹਾਰਾਜ ਕਹਿੰਦੇ ਨੇ, ਜਿਹੜਾ ਕੋਈ ਸੁਣ ਕੇ ਧਿਆਨ ਨਾਲ ਜੇ ਕੋਈ ਮੰਨ ਲੈਂਦਾ ਹੈ, ਮੰਨੈ ਮਗ ਨਾ ਚੱਲੈ ਪੰਥ, ਉਹ ਫਿਰ ਥਾਂ ਥਾਂ ਤੇ ਮਾਰਗਾਂ ਤੇ ਨਹੀਂ ਜਾਂਦਾ। ਮੰਨੈ ਧਰਮ ਸੇਤੀ ਸੰਬੰਧ, ਉਹਦਾ ਸੰਬੰਧ ਫਿਰ ਧਰਮ ਦੇ ਨਾਲ ਬਣ ਜਾਂਦਾ ਹੈ। ਧਰਮ ਅਸੀਂ ਪਹਿਲਾਂ ਹੀ ਵਿਚਾਰ ਕਰ ਆਏ ਹਾਂ, ਜਿਹੜਾ ਧਾਰਨੀ ਹੋ ਜਾਂਦਾ ਚੰਗੇ ਗੁਣਾਂ ਦਾ, ਉਹ ਧਰਮੀ ਹੈ। ਤੇ ਜੇ ਇਸ ਪ੍ਰਥਾ ਨਾਲ ਚੱਲੇਗਾ ਤੇ ਮਾਰੇ ਕਹਿੰਦੇ ਨੇ, ਉਹ ਪਰਮਾਤਮਾ ਦਾ ਨਾਮ ਐਸਾ ਨਾਮ ਕਿ ਵਜ੍ਹਾ ਨਿਰੰਜਨ ਹੋਏ, ਜਿਹੜਾ ਕਾਲਕ ਤੋਂ ਰਹਿਤ ਹੈ, ਮਾਇਆ ਤੋਂ ਨਿਰਲੇਪ ਹੈ। ਉਸ ਨਾਮ ਨੂੰ ਕੋਈ ਜੇ ਕੋ, ਇਹਨੂੰ ਭਾਰਾ ਕਰਕੇ ਬੋਲਣਾ, ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਕੋਈ ਮਨ ਦੇ ਵਿੱਚ ਇਸ ਗੱਲ ਨੂੰ ਮੰਨ ਲਵੇ ਤੇ ਮਹਾਰਾਜ ਕਹਿੰਦੇ ਨੇ, ਉਹ ਸੰਸਾਰ ਦੇ ਵਿੱਚੋਂ ਬਖਸ਼ਿਸ਼ ਲੈ ਕੇ ਗੁਰੂ ਦੀ ਉਸ ਦਰਗਾਹ ਤੇ ਜਾਂਦਾ ਹੈ। ਰੇ ਰਹਿ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਵ। ਉਹਨੂੰ ਇਸ ਸੰਸਾਰ ਦੇ ਵਿੱਚ ਵੀ ਉਹਦੀ ਇੱਜ਼ਤ ਵਾਹ ਵਾਹ ਹੁੰਦੀ ਹੈ, ਤੇ ਜਦੋਂ ਪਰਲੋਕ ਵਿੱਚ ਆਉਂਦਾ ਹੈ ਉੱਥੇ ਵੀ ਇਹਦੀ ਵਾਹ ਵਾਹ ਹੁੰਦੀ ਹੈ। ਤੇ ਜੇ ਕੋਈ ਪਰਮਾਤਮਾ ਦੀ ਗੱਲ ਨੂੰ ਸੁਣ ਕੇ ਧਿਆਨ ਨਾਲ ਮੰਨ ਲਵੇ, ਸਤਿਗੁਰ ਕਹਿੰਦੇ ਨੇ ਉਹਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਤੇ ਉਹਨੂੰ ਕੋਈ ਇੱਜ਼ਤ ਨਾਲ ਪ੍ਰਗਟ ਹੁੰਦਾ ਹੈ। ਉਹ ਥਾਂ ਥਾਂ ਰਸਤਿਆਂ ਦੇ ਵਿੱਚ ਮਾਰਗ ਨਹੀਂ ਬਦਲਦਾ, ਉਹਦਾ ਟਾਰਗੇਟ ਇੱਕੋ ਹੀ ਹੈ, ਸਚਿਆਰ ਬਣਨ ਦਾ। ਜਦੋਂ ਇਹ ਟਾਰਗੇਟ ਲੈ ਕੇ ਚੱਲਦਾ ਹੈ, ਉਹਦਾ ਧਰਮ ਦੇ ਨਾਲ ਸੰਬੰਧ ਬਣ ਜਾਂਦਾ ਹੈ। ਜਦ ਧਰਮ ਦੇ ਨਾਲ ਸੰਬੰਧ ਬਣ ਜਾਂਦਾ ਹੈ ਤੇ ਫਿਰ ਉਸ ਪਰਮਾਤਮਾ ਨੂੰ ਪਾ ਲੈਂਦਾ ਹੈ। ਤਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਨੂੰ ਅੱਜ ਦੇ ਇਸ ਕਨਸੈਪਟ ਦਾ ਗਿਆਨ ਹੋ ਜਾਏ, ਅਸੀਂ ਵੀ ਇੱਕ ਦੇ ਧਾਰਨੀ ਬਣੀਏ। ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਅਸੀਂ ਇਸ ਪੜ੍ਹਾਈ ਨੂੰ ਪੜ੍ਹ ਲਈਏ ਤੇ ਗੁਰੂ ਸਾਹਿਬ ਰਹਿਮਤ ਕਰਨਗੇ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ, ਚਿਤਰੰਜਨ ਵੀਰ ਜੀ ਦਾ, ਤੇਜਪਾਲ ਵੀਰ ਜੀ ਦਾ, ਸਭ ਦਾ ਧੰਨਵਾਦ ਜੋ ਪਿਆਰ ਬਖਸ਼ਦੇ ਹਨ। ਅਸੀਂ ਅਗਲੇ ਹਫਤੇ ਇਸੇ ਤਰ੍ਹਾਂ ਗੁਰੂ ਸਾਹਿਬ ਸਵਾਸ ਬਖਸ਼ਣ ਤੇ ਅਖੀਰਲੀ ਜਿਹੜੀ 15ਵੀਂ ਪੌੜੀ ਹੈ, ਜੇ ਕੋਈ ਮੰਨ ਲਵੇ ਮੰਨੇ ਪਾਵਹਿ ਮੋਖ ਦੁਆਰ, ਇਹ ਬਖਸ਼ਿਸ਼ਾਂ ਗੁਰੂ ਸਾਹਿਬ ਹੋਰ ਦੱਸ ਰਹੇ ਨੇ। ਕਿਉਂਕਿ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਸੁਣ ਲਓ ਖਾਲੀ, ਜੇ ਸੁਣੋਗੇ ਤੇ ਕੀ ਹਰ ਬੰਦਾ ਲਾਲਚੀ ਹੁੰਦਾ ਹੈ, ਜੇ ਇਹ ਕੰਮ ਕਰਾਂਗਾ ਤੇ ਮੈਨੂੰ ਕੀ ਮਿਲੇਗਾ, ਤੇ ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਤੈਨੂੰ ਮਿਲਣਗੀਆਂ। ਤਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਬੇਅੰਤ ਹੋਈਆਂ ਨੇ, ਉਹ ਦਾਸਰੇ ਦੀਆਂ ਨੇ, ਤੇ ਵਿਚਾਰ ਜਿਹੜੀ ਚੰਗੀ ਉਹ ਗੁਰੂ ਦੀ ਮੱਤ ਹੈ, ਉਸ ਨੂੰ ਆਪ ਜੀ ਧਾਰਨ ਕਰੋ। ਅਸੀਸ ਬਖਸ਼ੋ, ਕਥਾ ਕਰਨ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ